ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ 871 ਅੰਗ ਤੇ ਪਹੁੰਚੀ ਹੈ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਚਾਰ ਸ਼ਬਦ ਮਹਾਰਾਜ ਭਗਤ ਕਬੀਰ ਜੀ ਦੇ ਸੰਪੰਨ ਹੋਏ ਹਨ। ਆਤਮਾ ਦਾ ਸਵਰੂਪ ਕੈਸਾ ਹੈ, ਕਬੀਰ ਜੀ ਮਹਾਰਾਜ ਜੀ ਵਰਣਨ ਕਰ ਰਹੇ ਨੇ। ਸਾਨੂੰ ਕੋਈ ਪੁੱਛਦਾ ਤੁਹਾਡਾ ਸਵਰੂਪ ਕੀ ਹੈ ਤਾਂ ਸਾਨੂੰ ਬਾਹਰਲਾ ਸਰੀਰ ਦਿਸਦਾ। ਇਸੇ ਨੂੰ ਅਸੀਂ ਆਪਣੀ ਸਿਮਰਤੀ 'ਚ ਲਿਆ ਕੇ ਆਪਣਾ ਰੂਪ ਮੰਨਦੇ ਹਾਂ। ਆਪਣੇ ਆਪ ਨੂੰ ਵੇਖਣਾ ਹੋਵੇ ਤੇ ਸ਼ੀਸ਼ੇ ਦੇ ਸਾਹਮਣੇ ਘੰਟਿਆਂ ਬੱਧੀ ਖਲੋ ਕੇ ਆਪਣੇ ਆਪ ਨੂੰ ਨਿਹਾਰਦੇ ਹਾਂ। ਇਸੇ ਸਰੀਰ ਨਾਲ ਜੁੜੇ ਹੋਏ ਦੁੱਖਾਂ ਸੁੱਖਾਂ ਨੂੰ ਮਹਿਸੂਸ ਕਰਦੇ ਹਾਂ। ਪਰ ਅਸਲ ਵਿੱਚ ਇਹ ਸਰੀਰ ਤਾਂ ਸਾਡਾ ਰੂਪ ਨਹੀਂ। ਕਦੇ ਇਹ ਤਾਂ ਨਹੀਂ ਕਿਹਾ ਕਿ ਮੈਂ ਸਰੀਰ ਹਾਂ। ਇਹੀ ਕਹੀਦਾ ਵੀ ਮੇਰਾ ਸਰੀਰ ਹੈ। ਜੋ ਇਸ ਸਰੀਰ ਨੂੰ ਮੇਰਾ ਕਹਿ ਰਿਹਾ ਹੈ ਉਹ ਸਾਡਾ ਮਨ ਹੈ। ਪਰ ਕਦੇ ਅਸੀਂ ਇਹ ਵੀ ਨਹੀਂ ਆਖਿਆ ਮੈਂ ਮਨ ਹਾਂ। ਜੋ ਮਨ ਨੂੰ ਕਹਿ ਰਿਹਾ ਹੈ ਮੇਰਾ ਮਨ, ਯਾਨੀ ਕਿ ਕੁਝ ਹੋਰ ਅੰਦਰ ਸੂਖਮ ਹੈ। ਉਹ ਸੂਖਮ ਤੋਂ ਸੂਖਮ ਪ੍ਰਮਾਤਮਾ ਦਾ ਸਵਰੂਪ ਜੋ ਸਾਡੇ ਇਸ ਘਟ ਵਿੱਚ ਹੈ, ਪੰਜਾਂ ਕੋਸ਼ਾਂ ਤੋਂ ਔਰ ਤਿੰਨਾਂ ਦੇਹਾਂ ਤੋਂ ਨਿਰਾਲਾ ਹੈ, ਉਹ ਸਾਡਾ ਸਵਰੂਪ ਹੈ। ਜਿਹੜਾ ਜਾਗਰਤ, ਸਵਪਨ ਤੇ ਸੁਖੋਪਤੀ ਤਿੰਨਾਂ ਵਿੱਚ ਇੱਕੋ ਰਸ ਰਹਿੰਦਾ, ਉਹ ਸਾਡਾ ਸਵਰੂਪ ਹੈ। ਜੋ ਪੰਜ ਕੋਸ਼ਾ ਅਤੀਤ ਹੈ, ਤਿੰਨਾਂ ਦਹੀਆਂ ਤੋਂ ਸਥੂਲ, ਸੂਖਮ ਤੇ ਕਾਰਨ ਤੋਂ ਨਿਰਾਲਾ ਹੈ, ਉਹ ਸਾਡਾ ਸਵਰੂਪ ਹੈ। ਉਹ ਕੈਸਾ ਹੈ, ਕਬੀਰ ਜੀ ਵਰਣਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌਂਡਾ ਨਾ ਇਹੋ ਮਾਨਸ ਨਾ ਇਹੋ ਦਿਓ। ਕਬੀਰ ਜੀ ਮਹਾਰਾਜ ਜੀ ਕਹਿੰਦੇ ਕਿ ਜੋ ਉਹ ਸਾਡਾ ਸਵਰੂਪ ਹੈ ਨਾ, ਜਿਸ ਨੂੰ ਆਤਮਾ ਕਿਹਾ ਜਾਂਦਾ ਹੈ, ਪਰਮਾਤਮਾ ਕਿਹਾ ਜਾਂਦਾ ਹੈ, ਰਾਮ ਦੀ ਅੰਸ਼ ਕਿਹਾ ਜਾਂਦਾ ਹੈ, ਜੋਤ ਸਵਰੂਪ ਕਿਹਾ ਜਾਂਦਾ ਹੈ, ਉਹ ਨਾ ਤਾਂ ਮਨੁੱਖ ਹੈ। ਕਿਉਂਕਿ ਮਨੁੱਖ ਉਹਨੂੰ ਕਹਿੰਦੇ ਨੇ ਜਿਹਦੇ 'ਚ ਮਨ ਹੋਵੇ। ਜਿਹੜਾ ਮਨ ਦੇ ਸਹਿਤ ਹੈ ਉਹ ਮਨੁੱਖ ਹੈ। ਜਾਨਵਰ ਵਿੱਚ ਮਨ ਨਹੀਂ ਹੁੰਦਾ, ਇਸ ਕਰਕੇ ਉਹ ਮਨੁੱਖ ਨਹੀਂ ਹੈ। ਬੰਦਿਆਂ ਵਿੱਚ, ਸਾਡੇ ਸਾਰਿਆਂ ਵਿੱਚ ਮਨ ਹੈ, ਇਸ ਕਰਕੇ ਅਸੀਂ ਮਾਨਸ ਹਾਂ, ਮਨੁੱਖ ਹਾਂ। ਕਿਉਂਕਿ ਮਨ ਦੇ ਸਹਿਤ ਹਾਂ, ਤਦੇ ਸਾਨੂੰ ਮਾਨਸ ਕਿਹਾ ਜਾਂਦਾ। ਪਰ ਜਿਹੜੀ ਆਤਮਾ ਹੈ ਜੋਤ ਸਵਰੂਪ, ਉਹਦੇ ਵਿੱਚ ਮਨ ਨਹੀਂ, ਉਹ ਮਨ ਤੋਂ ਰਹਿਤ ਹੈ। ਇਸ ਕਰਕੇ ਉਹ ਮਾਨਸ ਨਹੀਂ ਕਹੀ ਜਾ ਸਕਦੀ। ਕਬੀਰ ਜੀ ਮਹਾਰਾਜ ਜੀ ਕਹਿੰਦੇ ਨਾ ਇਹੋ ਮਾਨਸ। ਉਹ ਆਤਮਾ ਨਾ ਤਾਂ ਮਨੁੱਖ ਹੈ। ਜੇ ਮਨੁੱਖ ਕਹੋਗੇ ਤੇ ਮਨੁੱਖ ਵਿੱਚ ਭੇਦ ਨੇ। ਮਨੁੱਖ ਵਿੱਚ ਤਿੰਨ ਭੇਦ ਨੇ, ਇਸਤਰੀ, ਨਪੁੰਸਕ ਤੇ ਮਰਦ, ਨਰ, ਤਿੰਨ ਚੀਜ਼ਾਂ। ਤੇ ਜੇ ਕਹੀਏ ਆਤਮਾ ਮਨੁੱਖ ਹੈ ਤੇ ਫਿਰ ਉਹਦੇ ਵਿੱਚ ਵੀ ਤਿੰਨ ਭੇਦ ਮੰਨਣੇ ਪੈਣਗੇ ਵੀ ਇਹ ਇਸਤਰੀ ਦੀ ਆਤਮਾ ਹੈ, ਇਹ ਪੁਲਿੰਗ ਦੀ ਆਤਮਾ ਹੈ, ਇਹ ਨਪੁੰਸਕ ਦੀ ਆਤਮਾ ਹੈ। ਪਰ ਆਤਮਾ ਤਾਂ ਇੱਕ ਹੈ, ਫਿਰ ਤਿੰਨ ਕਿਵੇਂ ਕਹਾਂਗੇ? ਇਸ ਕਰਕੇ ਆਤਮਾ ਮਾਨਸ ਨਹੀਂ ਹੈ। ਉਹਨੂੰ ਤੁਸੀਂ ਨਾਰ ਨਾ ਪੁਰਖ ਨਾ ਪੰਖਣੂ, ਮਹਾਰਾਜ ਜੀ ਦੇ ਬਚਨ, ਨਾਰ ਨਾ ਪੁਰਖ ਨਾ ਪੰਖਣੂ। ਪੰਖਣੂ ਕਹਿੰਦੇ ਨੇ ਹਿਜੜੇ ਨੂੰ। ਨਾ ਨਰ ਹੈ, ਨਾ ਨਾਰ ਹੈ, ਇਸਤਰੀ ਹੈ, ਨਾ ਪੰਖਣੂ ਹੈ, ਉਹ ਹੈ ਆਤਮਾ। ਪਾਤਸ਼ਾਹ ਕਹਿੰਦੇ ਉਹ ਮਾਨਸ ਨਹੀਂ ਹੈ। ਨਾ ਇਹੋ ਦੇਵ। ਤੇ ਜੇ ਕੋਈ ਕਹੇ ਵੀ ਜੇ ਮਨੁੱਖ ਨਹੀਂ ਤੇ ਦੇਵਤਾ ਹੈ, ਮਹਾਰਾਜ ਜੀ ਕਹਿੰਦੇ ਉਹ ਦੇਵਤਾ ਵੀ ਨਹੀਂ ਹੈ। ਕਿਉਂਕਿ ਦੇਵਤੇ ਵੀ ਅੱਗੇ 33 ਕਰੋੜ ਮੰਨੇ ਨੇ, ਆਤਮਾ ਤਾਂ ਇੱਕ ਹੈ। ਇੱਕ ਆਤਮਾ ਨੂੰ 33 ਕੋਟੀ ਨਾਲ ਕਿਵੇਂ ਮਿਲਾਓਗੇ?
ਜੇ ਆਤਮਾ ਨੂੰ ਦਿਓ ਕਹੋਗੇ ਫਿਰ ਤਾਂ 33 ਆਤਮਾਵਾਂ ਮੰਨਣੀਆਂ ਪੈਣਗੀਆਂ, 33 ਕੋਟੀ ਆਤਮਾਵਾਂ ਮੰਨਣੀਆਂ ਪੈਣਗੀਆਂ। ਇਸ ਕਰਕੇ ਉਹ ਦਿਓ ਰੂਪ ਵੀ ਨਹੀਂ ਹੈ, ਆਤਮਾ ਦੇਵਤਾ ਵੀ ਨਹੀਂ, ਨਾ ਮਨੁੱਖ ਹੈ ਨਾ ਦੇਵਤਾ ਹੈ। ਕਿਉਂਕਿ ਆਖਰਕਾਰ ਦੇਵਤਾ ਵੀ ਤਾਂ ਇੱਕ ਪ੍ਰਕਾਰ ਦੀ ਜੋਨੀ ਹੈ ਜੋ ਪ੍ਰਭੂ ਤੋਂ ਪੈਦਾ ਹੋ ਰਹੀ ਹੈ, ਪਰ ਆਤਮਾ ਤਾਂ ਅਜੂਨੀ ਹੈ, ਉਹ ਤਾਂ ਕਿਸੇ ਜੂਨੀ ਚ ਉਤਪੰਨ ਹੁੰਦੀ ਹੀ ਨਹੀਂ, ਉਹਦਾ ਤਾਂ ਨਾ ਜਨਮ ਹੈ ਨਾ ਮਰਨ ਹੈ। ਦੇਵਤਿਆਂ ਦਾ ਜਨਮ ਵੀ ਹੁੰਦਾ, ਦੇਵਤਿਆਂ ਦੀ ਸਮਾਪਤੀ ਵੀ ਹੁੰਦੀ, ਵਿਲੈ ਵੀ ਹੁੰਦੇ ਨੇ, ਦੇਵਤੇ ਪੈਦਾ ਵੀ ਹੁੰਦੇ ਨੇ ਤੇ ਬਿਨਸਦੇ ਵੀ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ। ਪਰ ਆਤਮਾ ਨਾ ਜਨਮਦੀ ਹੈ ਨਾ ਮਰਦੀ, ਇਸ ਕਰਕੇ ਉਹਨੂੰ ਦੇਵ ਕਿਵੇਂ ਕਹੋਗੇ? ਉਹ ਦੇਵਤਾ ਵੀ ਨਹੀਂ ਹੈ। ਨਾ ਇਹੋ ਜਾਤੀ ਕਹਾਵੈ ਸਿਓ। ਨਾ ਹੀ ਉਸ ਆਤਮਾ ਨੂੰ ਤੁਸੀਂ ਜਤੀ ਕਹਿ ਸਕਦੇ ਹੋ ਵੀ ਆਤਮਾ ਜਤੀ ਹੈ, ਨਾ ਹੀ ਇਹ ਜਤੀ ਹੈ, ਕਿਉਂਕਿ ਜਤ ਤਾਂ ਇੰਦਰੀਆਂ ਦਾ ਰੱਖਿਆ ਜਾਂਦਾ ਨਾ, ਤੇ ਆਤਮਾ ਤਾਂ ਇੰਦਰੀਆਂ ਤੋਂ ਅਤੀਤ। ਆਤਮਾ ਦੀਆਂ ਨਾ ਅੱਖਾਂ ਨੇ, ਨਾ ਕੰਨ ਨੇ, ਨਾ ਹੱਥ ਨੇ, ਨਾ ਪੈਰ ਨੇ, ਉਹਦੀਆਂ ਇੰਦਰੀਆਂ ਹੈ ਨਹੀਂ, ਤੇ ਫਿਰ ਉਹ ਜਤੀ ਕਿਵੇਂ ਹੋਵੇਗੀ? ਇਸ ਕਰਕੇ ਪਾਤਸ਼ਾਹ ਕਹਿੰਦੇ ਆਤਮਾ ਨਾ ਜਤੀ ਹੈ ਤੇ ਨਾ ਹੀ ਸਿਓ। ਸਿਓ ਦਾ ਮਤਲਬ ਹੁੰਦਾ ਹੈ ਸ਼ੈਵ ਮਤ ਦੀ ਧਾਰਨੀ। ਇੱਕ ਸ਼ੈਵ ਮਤ ਹੈ, ਕਹਿੰਦੇ ਉਹ ਸ਼ੈਵ ਮਤ ਵਾਲੀ ਵੀ ਨਹੀਂ ਹੈ ਆਤਮਾ। ਹਾਂਜੀ, ਨਾ ਇਹੋ ਜੋਗੀ ਨਾ ਅਵਧੂਤਾ। ਇਸ ਆਤਮਾ ਨੂੰ ਨਾ ਜੋਗੀ ਕਿਹਾ ਜਾ ਸਕਦਾ ਵੀ ਆਤਮਾ ਜੋਗੀ ਹੈ, ਕਿਉਂਕਿ ਯੋਗੀਆਂ ਦੇ ਮਤ ਨੇ, 12 ਮਤ ਨੇ ਯੋਗੀਆਂ ਦੇ। ਆਤਮਾ ਯੋਗੀ ਵੀ ਨਹੀਂ ਹੈ ਵੀ ਆਤਮਾ ਦੇ ਕੰਨ ਦੇ ਵਿੱਚ ਮੁੰਦਰਾਂ ਪਾਈਆਂ ਹੋਣ, ਉਹਨੇ ਚਿੱਪੀ ਫੜੀ ਹੋਵੇ, ਐਸਾ ਭੇਖ ਨਹੀਂ ਆਤਮਾ ਦਾ, ਉਹ ਜੋਗੀ ਵੀ ਨਹੀਂ। ਨਾ ਅਵਧੂਤਾ ਤੇ ਨਾ ਹੀ ਅਵਧੂਤ ਹੈ। ਅਵਧੂਤ, ਅਵਧੂਤ ਜੋ ਸਭ ਕੁਝ ਤਿਆਗ ਦੇਵੇ, ਵਿਰਕਤ ਹੋ ਜਾਵੇ, ਉਹਨੂੰ ਅਵਧੂਤ ਕਹਿੰਦੇ ਨੇ। ਤੋ ਆਤਮਾ ਨੇ ਜਦੋਂ ਕੁਝ ਗ੍ਰਹਿਣ ਹੀ ਨਹੀਂ ਕੀਤਾ ਤੇ ਤਿਆਗਣਾ ਕੀ ਹੈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਵਧੂਤ ਕਹਿੰਦੇ ਨੇ ਜਿਹੜਾ ਸਭ ਕੁਝ ਤਿਆਗ ਦੇਵੇ, ਵਿਰਕਤ ਹੋ ਜਾਏ, ਘਰ ਛੱਡ ਦੇਵੇ, ਪਰਿਵਾਰ ਛੱਡ ਦੇਵੇ, ਪੂਰਾ ਅਵਧੂਤ ਹੋ ਜਾਏ, ਉਹਨੂੰ ਅਵਧੂਤ ਕਹਿੰਦੇ ਆ। ਪਰ ਆਤਮਾ ਨੂੰ ਅਵਧੂਤ ਕਿਵੇਂ ਕਹੋਗੇ? ਆਤਮਾ ਨੇ ਜਦੋਂ ਕੁਝ ਪਕੜਿਆ ਹੀ ਨਹੀਂ ਤੇ ਛੱਡਣਾ ਕੀ ਸੀ ਉਹਨੇ? ਜਦੋਂ ਉਹਨੇ ਕੁਝ ਗ੍ਰਹਿਣ ਹੀ ਨਹੀਂ ਕੀਤਾ ਤੇ ਛੱਡਣਾ ਵੀ ਕੁਝ ਨਹੀਂ। ਆਤਮਾ ਵਿੱਚ ਨਾ ਕੁਝ ਗ੍ਰਹਿਣ ਹੈ ਨਾ ਕੁਝ ਤਿਆਗ ਹੈ, ਆਤਮਾ ਤੋਂ ਆਤਮਾ ਹੈ, ਪ੍ਰਕਾਸ਼ ਰੂਪ। ਇਸ ਕਰਕੇ ਉਸ ਆਤਮਾ ਦੇ ਸਵਰੂਪ ਨੂੰ, ਜੋ ਸਾਡਾ ਨਿਜ ਸਵਰੂਪ ਹੈ, ਜੋ ਇਸ ਕਾਇਆ ਅੰਦਰ ਵਸ ਰਹੀ ਹੈ, ਕਬੀਰ ਜੀ ਮਹਾਰਾਜ ਜੀ ਕਹਿੰਦੇ ਨਾ ਉਹ ਜੋਗੀ ਹੈ ਨਾ ਹੀ ਉਹ ਅਵਧੂਤ ਹੈ। ਨਾ ਇਸ ਮਾਏ ਨਾ ਕਾਹੂ ਪੂਤਾ। ਤੇ ਕਹਿੰਦੇ ਇਸ ਆਤਮਾ ਦੀ ਨਾ ਕੋਈ ਮਾਂ ਹੈ ਤੇ ਨਾ ਹੀ ਕੋਈ ਪਿਤਾ, ਕਿਉਂਕਿ ਸਰੀਰ ਦਾ ਮਾਂ ਪਿਓ ਹੁੰਦਾ, ਸਰੀਰ ਮਾਂ ਪਿਓ ਕਰਕੇ ਪੈਦਾ ਹੁੰਦਾ, ਪਰ ਇਹ ਆਤਮਾ ਤਾਂ ਸਰੀਰ ਵਾਲੀ ਹੈ ਹੀ ਨਹੀਂ। ਇਸ ਕਰਕੇ ਇਹ ਆਤਮਾ ਦਾ ਨਾ ਤਾਂ ਕੋਈ ਪਿਓ ਹੈ ਨਾ ਕੋਈ ਮਾਂ ਹੈ ਤੇ ਨਾ ਹੀ ਇਹ ਆਤਮਾ ਕਿਸੇ ਦੀ ਪੁੱਤਰ ਹੈ। ਹਾਂਜੀ, ਯਾ ਮੰਦਰ ਮਹਿ ਕੌਣ ਬਸਾਈ। ਇਹ ਭਾਈ ਆ ਜਿਹੜਾ ਸਰੀਰ ਰੂਪੀ ਮੰਦਰ ਹੈ, ਇਹਦੇ ਚ ਕੌਣ ਵਸਦਾ ਹੈ? ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ। ਕਬੀਰ ਜੀ ਕਹਿੰਦੇ ਕਿ ਆ ਜਿਹੜਾ ਸਰੀਰ ਰੂਪੀ ਮੰਦਰ ਹੈ, ਇਹਦੇ ਚ ਕੌਣ ਵਸ ਰਿਹਾ ਹੈ? ਤਾਂ ਸਾਨੂੰ ਇਸ ਸਰੀਰ 'ਚ ਸਭ ਤੋਂ ਪਹਿਲਾਂ ਸਾਡੇ ਪ੍ਰਾਣ ਚੱਲਦੇ ਨਜ਼ਰ ਆਉਣਗੇ। ਜਦੋਂ ਇਸ ਸਰੀਰ ਦੇ ਅੰਦਰ ਅਸੀਂ ਝਾਤੀ ਮਾਰਾਂਗੇ, ਸਭ ਤੋਂ ਪਹਿਲੀ ਦ੍ਰਿਸ਼ਟੀ ਜਿਹੜੀ ਸਾਡੀ ਕਿਸੇ ਚੀਜ਼ ਤੇ ਪਵੇਗੀ ਤਾਂ ਉਹ ਸਾਡੇ ਸਵਾਸ ਨੇ, ਸਾਡੇ ਪ੍ਰਾਣ ਨੇ। ਪ੍ਰਾਣਾਂ ਤੋਂ ਬਾਅਦ ਫਿਰ ਸਾਨੂੰ ਸਾਡਾ ਨਜ਼ਰ ਆਵੇਗਾ ਮਨ। ਮਨ ਤੋਂ ਪਰੇ ਜੋ ਇਸ ਮਨ ਵਿੱਚ ਨਿਸ਼ਚਾ ਕਰਨ ਦੀ ਬਿਰਤੀ ਰੱਖਦੀ ਹੈ, ਫਿਰ ਸਾਨੂੰ ਸਾਡੀ ਨਜ਼ਰ ਆਵੇਗੀ ਸਾਡੀ ਬੁੱਧੀ। ਬੁੱਧੀ ਤੋਂ ਪਰੇ ਕਾਰਨ ਦੇ ਤੇ ਕਾਰਨ ਦੇ ਤੋਂ ਪਰੇ ਆਤਮਾ ਦਾ ਸਵਰੂਪ ਦਿਸੇਗਾ। ਪਾਤਸ਼ਾਹ ਫਰਮਾਉਂਦੇ ਹਨ ਕਿ ਹੇ ਭਾਈ, ਇਸ ਮੰਦਰ ਵਿੱਚ, ਇਸ ਸਰੀਰ ਰੂਪੀ ਮੰਦਰ ਵਿੱਚ ਕੌਣ ਵਸ ਰਿਹਾ ਹੈ?
ਤਾਕਾ ਅੰਤ ਨ ਕੋ ਪਾਏ। ਉਹ ਜੋ ਇਸ ਸਰੀਰ ਰੂਪੀ ਮੰਦਰ ਵਿੱਚ ਵਸ ਰਿਹਾ ਹੈ, ਕਬੀਰ ਜੀ ਮਹਾਰਾਜ ਜੀ ਕਹਿੰਦੇ ਉਹਦਾ ਅੰਤ ਕੋਈ ਨਹੀਂ ਪਾ ਸਕਿਆ। ਕਾਕਾ ਅੰਤ ਨਾ ਕੋ ਪਾਈ, ਉਸ ਆਤਮਾ ਦੇ ਸਰੂਪ ਦਾ ਅੰਤ ਕੋਈ ਨਹੀਂ ਪਾ ਸਕਦਾ, ਕਿਉਂਕਿ ਅੰਤ ਉਹਦਾ ਹੁੰਦਾ ਜਿਹਦਾ ਆਦ ਹੋਵੇ। ਉਸ ਆਤਮਾ ਦਾ ਨਾ ਆਦ ਹੈ ਤੇ ਨਾ ਹੀ ਅੰਤ ਹੈ। ਇਸ ਕਰਕੇ ਕਿਸੇ ਨੇ ਵੀ ਉਸ ਆਤਮਾ ਦੇ ਸਰੂਪ ਦਾ ਅੰਤ ਨਹੀਂ ਪਾਇਆ। ਰਹਾਉ ਨਾ ਇਹੋ ਗਿਰਹੀ ਨਾ ਉਦਾਸੀ। ਕਹਿੰਦੇ ਨਾ ਇਹਨੂੰ ਕਹਿ ਸਕਦੇ ਆ ਵੀ ਉਹ ਆਤਮਾ ਗ੍ਰਸਤੀ ਹੈ, ਨਾ ਕਿਹਾ ਜਾ ਸਕਦਾ ਵੀ ਉਹ ਉਦਾਸੀ ਕਹੀਏ ਸੰਨਿਆਸੀ ਹੈ, ਜਿਹਨੇ ਗ੍ਰਸਤ ਨਾ ਗ੍ਰਹਿਣ ਕੀਤਾ ਹੋਵੇ ਉਦਾਸੀ। ਆਤਮਾ ਨਾ ਗ੍ਰਸਤੀ ਹੈ ਤੇ ਨਾ ਵਿਅੰਗਮ ਹੈ। ਵਿਅੰਗਮ ਕਹਿੰਦੇ ਜਿਹੜਾ ਗ੍ਰਸਤੀ ਨਾ ਹੋਵੇ। ਆਤਮਾ ਦਾ ਸਰੂਪ ਨਾ ਗ੍ਰਸਤੀ ਹੈ ਨਾ ਉਦਾਸੀ ਹੈ। ਨਾ ਇਹੋ ਰਾਜ ਨਾ ਭੀਖ ਮੰਗਾਸੀ। ਆਤਮਾ ਨਾ ਰਾਜਾ ਹੈ ਤੇ ਨਾ ਭਿਖਾਰੀ ਹੈ। ਆਖੋ ਸਤਿਨਾਮ ਸ੍ਰੀ। ਕਹਿੰਦੇ ਨਾ ਉਹ ਰਾਜਾ ਹੈ, ਆਤਮਾ ਨੂੰ ਤੁਸੀਂ ਰਾਜਾ ਵੀ ਨਹੀਂ ਕਹਿ ਸਕਦੇ ਤੇ ਆਤਮਾ ਨੂੰ ਤੁਸੀਂ ਭਿਖਾਰੀ ਵੀ ਨਹੀਂ ਕਹਿ ਸਕਦੇ। ਆਤਮਾ ਸਿਰਫ ਆਤਮਾ ਹੈ, ਉਹਦੇ ਬਾਰੇ ਕੋਈ ਉਪਮਾ ਦਿੱਤੀ ਨਹੀਂ ਜਾ ਸਕਦੀ। ਇਸ ਕਰਕੇ ਆਤਮਾ ਦਾ ਜੋ ਸਾਡਾ ਸਰੂਪ ਹੈ, ਕਬੀਰ ਜੀ ਮਹਾਰਾਜ ਜੀ ਫਰਮਾਉਂਦੇ, ਉਹ ਨਾ ਰਾਜ ਕਰਦੀ ਹੈ, ਉਹ ਨਾ ਭੀਖ ਮੰਗਦੀ ਹੈ। ਨਾ ਇਸ ਪਿੰਡ ਨਾ ਰਖ ਤੂੰ ਰਾਤੇ। ਉਸ ਆਤਮਾ ਦਾ ਨਾ ਤਾਂ ਕੋਈ ਪਿੰਡਾ ਸਰੀਰ ਹੈ, ਪਿੰਡ ਕਹਿੰਦੇ ਨੇ ਸਰੀਰ ਨੂੰ, ਨਾ ਉਹਦੇ ਵਿੱਚ ਰੱਤੀ ਜਿੰਨਾ ਕੋਈ ਖੂਨ ਹੈ ਵੀ ਉਸ ਆਤਮਾ ਵਿੱਚ ਉਹ ਖੂਨ ਦੀ ਬਣੀ ਹੋਵੇ, ਰਤ ਦੀ ਬਣੀ ਹੋਵੇ। ਕਹਿੰਦੇ ਉਹ ਆਤਮਾ ਦੇ ਵਿੱਚ ਨਾ ਰਤ ਹੈ ਤੇ ਨਾ ਹੀ ਉਹਦਾ ਕੋਈ ਪਿੰਡ ਸਰੀਰ ਹੈ। ਨਾ ਇਹੋ ਬ੍ਰਾਹਮਣ ਨਾ ਇਹੋ ਖਾਤੇ। ਉਹ ਆਤਮਾ ਨਾ ਬ੍ਰਾਹਮਣ ਹੈ, ਨਾ ਛਤਰੀ ਹੈ, ਨਾ ਵੈਸ਼ ਹੈ, ਨਾ ਹੀ ਸ਼ੂਦਰ ਹੈ। ਇਹ ਭੇਦ ਅਸੀਂ ਬਣਾਏ ਨੇ ਵੀ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਆਤਮਾ ਦਾ ਸਰੂਪ ਐਸਾ ਨਿਰਲੇਪ ਹੈ ਕਿ ਨਾ ਉਹ ਬ੍ਰਾਹਮਣ ਹੈ, ਨਾ ਹੀ ਉਹ ਛਤਰੀ ਹੈ, ਨਾ ਹੀ ਵੈਸ਼ ਹੈ ਔਰ ਨਾ ਹੀ ਸ਼ੂਦਰ ਹੈ। ਨਾ ਇਹੋ ਤਪਾ ਕਹਾਵੈ ਸਿੱਖ। ਇਹ ਭਾਈ ਉਸ ਆਤਮਾ ਨੂੰ ਨਾ ਕੋਈ ਤਪਾ ਕਹਿ ਸਕਦਾ, ਨਾ ਹੀ ਉਹ ਆਤਮਾ ਸ਼ੇਖ ਕਹਾਉਂਦੀ ਹੈ। ਆਤਮਾ ਨੂੰ ਨਾ ਤਪਸਵੀ ਕਹਿ ਸਕਦੇ ਹਾਂ, ਨਾ ਹੀ ਉਸ ਨੂੰ ਸ਼ੇਖ ਕਹਿ ਸਕਦੇ ਹਾਂ। ਨਾ ਇਹੋ ਜੀਵੈ ਨਾ ਮਰਤਾ ਦੇਖ। ਕੋਈ ਆਖੇ ਜੀ ਆਤਮਾ ਜੀਵਦੀ ਹੈ, ਕਹਿੰਦੇ ਜੀਵਦੀ ਤਾਂ ਕਹੀਏ ਵੀ ਜੇ ਆਤਮਾ ਮਰਦੀ ਹੋਵੇ। ਕਹਿੰਦੇ ਨਾ ਉਹਨੂੰ ਜੀਵਦੀ ਕਹਿ ਸਕਦੇ ਹਾਂ, ਨਾ ਉਹਨੂੰ ਮਰੀ ਕਹਿ ਸਕਦੇ ਹਾਂ। ਆਤਮਾ ਤਾਂ ਬਸ ਆਤਮਾ ਹੈ, ਉਹਨੂੰ ਨਾ ਜੀਵਨ ਵਿੱਚ ਕਹਿ ਸਕਦੇ ਹਾਂ, ਨਾ ਮਰਨ ਵਿੱਚ ਕਹਿ ਸਕਦੇ ਹਾਂ। ਇਸ ਮਰਤੇ ਕਉ ਜੇ ਕੋ ਰੋਵੈ। ਹੁਣ ਜੇ ਕੋਈ ਆਖੇ ਜੀ ਆਤਮਾ ਮਰ ਗਈ ਆ, ਅਸੀਂ ਰੋ ਰਹੇ ਹਾਂ। ਕੋਈ ਆਖੇ ਕਿ ਆਤਮਾ ਮਰ ਗਈ ਹੈ ਜੀ, ਇਹ ਜਿਹੜਾ ਬੰਦਾ ਮਰਿਆ ਇਹਦੀ ਆਤਮਾ ਮਰ ਗਈ ਹੈ ਤੇ ਅਸੀਂ ਰੋ ਰਹੇ ਹਾਂ। ਜੋ ਰੋਵੈ ਸੋਈ ਪਤ ਖੋਵੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਰੋਂਦਾ ਉਹ ਸਗੋਂ ਆਪਣੀ ਇੱਜ਼ਤ ਗਵਾਉਂਦਾ। ਭਲਾ ਆਤਮਾ ਵੀ ਮਰਦੀ ਹੈ ਵੀ ਜਿਹਨੂੰ ਰੋਣਾ। ਤਦੇ ਕਬੀਰ ਜੀ ਕਹਿੰਦੇ ਭਾਈ ਕਿਸ ਗੱਲੇ ਰੋ ਰਹੇ ਹੋ, ਮਰਿਆ ਤਾਂ ਕੋਈ ਹੈ ਨਹੀਂ, ਕੌਣ ਮੂਆ ਰੇ ਕੌਣ ਮੂਆ, ਰੋਣਾ ਕਿਸ ਬਾਤ ਤੇ। ਕਹਿੰਦੇ ਜੇ ਕੋਈ ਮਰਿਆ ਹੀ ਨਹੀਂ ਤੇ ਰੋ ਵੀ ਜਾਵੇ ਜੀ ਮਰ ਗਿਆ ਮਰ ਗਿਆ, ਕਹਿੰਦੇ ਉਹ ਆਪਣੀ ਇੱਜ਼ਤ ਹੀ ਖੋਂਦਾ। ਉਹ ਤੂੰ ਚੰਗਾ ਭਲਾ ਜਿਉਂਦੇ ਨੂੰ ਰੋਈ ਜਾਂਦਾ, ਕਹਿੰਦਾ ਮਰ ਗਿਆ ਹੈ, ਉਹਦੀ ਸਗੋਂ ਬੇਪੱਤੀ ਹੁੰਦੀ ਆ ਸੰਸਾਰ ਵਿੱਚ, ਸਮਾਜ ਵਿੱਚ। ਇਸ ਕਰਕੇ ਕਬੀਰ ਜੀ ਕਹਿੰਦੇ ਉਹ ਆਤਮਾ ਮਰਦੀ ਨਹੀਂ, ਤੇ ਜੇ ਮਰਦੀ ਨਹੀਂ ਤੇ ਫਿਰ ਉਸ ਨੂੰ ਰੋਵਣਾ ਕਾਹਦਾ। ਜਿਹੜਾ ਰੋਂਦਾ ਹੈ ਉਹ ਆਪਣੀ ਪੱਤ ਗਵਾ ਲੈਂਦਾ ਹੈ। ਗੁਰ ਪ੍ਰਸਾਦ ਮੈਂ ਡਗਰੋ ਪਾਇਆ। ਮਹਾਰਾਜ ਕਬੀਰ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਨੂੰ ਉਹ ਡਗਰ, ਉਹ ਰਾਹ, ਉਹ ਰਸਤਾ ਪਰਮੇਸ਼ਰ ਦੇ ਘਰ ਦਾ ਪ੍ਰਾਪਤ ਹੋ ਗਿਆ ਹੈ। ਆਤਮਾ ਦੇ ਉਸ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ, ਜਾਣਨੇ ਵਾਸਤੇ, ਉਸ ਨੂੰ ਸਾਖਸ਼ਾਤਕਾਰ ਕਰਨ ਵਾਸਤੇ ਮੈਨੂੰ ਰਾਹ ਮਿਲ ਗਿਆ ਹੈ।
ਜੀਵਨ ਮਰਨ ਦੋ ਮਿਟਵਾਇਆ। ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਉਸ ਰਸਤੇ ਨੂੰ ਪ੍ਰਾਪਤ ਕਰ ਲਿਆ ਤਾਂ ਜੀਵਨ ਮਰਨ, ਜਨਮ ਤੇ ਮਰਨ ਦੋਵੇਂ ਹੀ ਮਿਟ ਗਏ। ਨਾ ਮੈਂ ਹੁਣ ਜਨਮ ਵਿੱਚ ਹਾਂ, ਨਾ ਮੈਂ ਮਰਨ ਵਿੱਚ ਹਾਂ। ਜਨਮ ਤੇ ਮਰਨ ਦੋਨਾਂ ਤੋਂ ਹੀ ਰਹਿਤ ਹੋ ਗਏ, ਸੁਤੰਤਰ ਹੋ ਗਏ। ਕਬੀਰ ਜੀ ਮਹਾਰਾਜ ਜੀ ਸਾਰਾ ਦਿਨ ਸੰਤ ਸੇਵਾ ਵਿੱਚ ਰਹਿੰਦੇ। ਸੁਭਾਵਕ ਸੀ ਕਿ ਜਦੋਂ ਸੰਤ ਸੇਵਾ ਵਿੱਚ ਰਹਿ ਰਹੇ ਨੇ ਤੋ ਜੋ ਜੁਲਾਹੇ ਦੀ ਕਿਰਤ ਉਹ ਕਰਦੇ ਸਨ ਉਹਨਾਂ ਕੋਲੋਂ ਛੁੱਟ ਜਾਂਦੀ। ਜਦੋਂ ਜੁਲਾਹੇ ਦੀ ਕਿਰਤ ਛੱਡ ਬਹਿੰਦੇ ਤੇ ਉਹਨਾਂ ਦੀ ਮਾਤਾ ਕਈ ਵੇਰੀ ਉਹਨਾਂ ਨਾਲ ਰੰਜ ਕਰਦੀ। ਇੱਕ ਦਿਨ ਕਬੀਰ ਜੀ ਦੀ ਮਾਤਾ ਨੇ ਰੰਜ ਕੀਤਾ। ਜੋ ਰੰਜ ਕਬੀਰ ਜੀ ਦੀ ਮਾਈ ਨੇ ਕੀਤਾ ਕਬੀਰ ਜੀ ਆਪਣੇ ਸ਼ਬਦ ਦੁਆਰਾ ਬਿਆਨ ਕਰ ਰਹੇ ਨੇ, ਸਰਵਣ ਕਰੀਏ ਜੀ। ਕਹੋ ਕਬੀਰ ਇਹੋ ਰਾਮ ਕੀ ਅੰਸ। ਉੱਪਰਲੇ ਸ਼ਬਦ ਵਿੱਚ ਦੱਸ ਰਹੇ ਨੇ ਜੋ ਸ਼ਬਦ ਚੱਲ ਰਿਹਾ ਹੈ। ਕਹਿੰਦੇ ਨਾ ਤਾਂ ਇਹ ਆਤਮਾ ਜੰਮਦੀ ਹੈ, ਨਾ ਮਰਦੀ ਹੈ, ਨਾ ਇਹ ਮਾਨਸ ਹੈ, ਨਾ ਇਹ ਦੇਵਤਾ ਹੈ, ਨਾ ਇਹ ਜਤੀ ਹੈ। ਫਿਰ ਪੁੱਛਿਆ ਜੀ ਹੈ ਕੀ? ਤਾਂ ਕਬੀਰ ਜੀ ਕਹਿੰਦੇ ਇਹ ਆਤਮਾ ਰਾਮ ਦੀ ਅੰਸ਼ ਹੈ। ਆਪਣੇ ਮਨ ਨੂੰ, ਆਪਣੇ ਅੰਦਰ ਨੂੰ ਸੰਬੋਧਨ ਕਰਕੇ ਕਹਿੰਦੇ ਤੂੰ ਰਾਮ ਦੀ ਅੰਸ਼ ਹੈ, ਤੂੰ ਉਸ ਪਰਮਾਤਮਾ ਦੀ ਅੰਸ਼ ਹੈ, ਤੂੰ ਉਹਦੇ ਤੋਂ ਵੱਖਰਾ ਨਹੀਂ। ਉਦਾਹਰਣ ਦਿੰਦੇ ਹਨ, ਜਾਸ ਕਾਗਦ ਪਰ ਮਿਟੈ ਨਾ ਮੰਸ। ਮੰਸ ਕਹਿੰਦੇ ਨੇ ਮਸ। ਮਸ ਨਾਮ ਹੁੰਦਾ ਸਿਆਹੀ ਦਾ। ਜਿਵੇਂ ਕਾਗਜ਼ ਤੇ ਲਿਖੀ ਸਿਆਹੀ ਕਾਗਜ਼ ਤੋਂ ਵੱਖਰੀ ਨਹੀਂ ਹੁੰਦੀ, ਉਹ ਕਾਗਜ਼ ਦੇ ਨਾਲ ਹੀ ਮਿਲੀ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਇਹ ਆਤਮਾ ਉਸ ਰਾਮ ਤੋਂ ਵੱਖਰੀ ਨਹੀਂ, ਉਸੇ ਰਾਮ ਨਾਲ ਮਿਲੀ ਹੋਈ ਰਾਮ ਦੀ ਅੰਸ਼ ਹੈ, ਉਹਦੇ ਤੋਂ ਵੱਖਰੀ ਨਹੀਂ ਹੈ। ਕਬੀਰ ਜੀ ਦੀ ਮਾਈ ਹੁਣ ਉਲਾਂਭਾ ਦਿੰਦੀ ਹੈ, ਸੁਣੋ ਜੀ। ਗੌਂਡ ਟੂਟੇ ਤਾਗੇ ਨਿਖੁੱਟੀ ਪਾਨ। ਕਹਿੰਦੇ ਆ ਵੇਖੋ ਕਬੀਰ ਕੀ ਕਰਦਾ। ਧਾਗੇ ਟੁੱਟੇ ਪਏ ਨੇ ਖੱਡੀ ਦੇ ਉੱਤੇ, ਜਿਹੜੀ ਪਾਣ ਹੁੰਦੀ ਹੈ ਉਹ ਵੀ ਖਤਮ ਹੋਈ ਪਈ ਹੈ, ਨਿਖੁੱਟੀ ਪਈ ਹੈ। ਨਾ ਪਾਣ ਹੈ ਤੇ ਨਾ ਧਾਗੇ ਜੋੜ ਕੇ ਰੱਖੇ ਹੋਏ, ਉਹ ਤੋੜੇ ਹੋਏ ਨੇ। ਦੁਆਰ ਉੱਪਰ ਚਿਲਕਾਵਹਿ ਕਾਨ। ਜੁਲਾਹਿਆਂ ਕੋਲੋਂ ਕਾਨੇ ਜੇ ਰੱਖੇ ਹੁੰਦੇ ਨੇ। ਕਹਿੰਦੇ ਦਰਵਾਜ਼ੇ ਦੇ ਉੱਤੇ ਕਾਨੇ ਜਿਹੜੇ ਨੇ ਉਹ ਝਿਲਕਦੇ ਪਏ ਨੇ, ਭਾਵ ਖਿਲਰੇ ਹੋਏ ਨੇ। ਕੋਚ ਵਿਚਾਰੇ ਫੂਏ ਫਾਲ। ਜੁਲਾਹਿਆਂ ਦੇ ਕੋਲ ਇੱਕ ਕੂਚਾ ਜਿਹਾ ਕੂਚ ਹੁੰਦਾ ਜਿਹਦੇ ਨਾਲ ਉਹ ਖੱਡੀ ਸਾਫ਼ ਕਰਦੇ ਐ। ਕਹਿੰਦੇ ਉਹਦੇ ਫੂਏ ਫਾਲ, ਉਹਦੇ ਜਿਹੜੇ ਤੀਲੇ ਨੇ ਉਹ ਖਿਲਰੇ ਹੋਏ ਨੇ, ਉਹ ਵੀ ਨਹੀਂ ਇਹਨੇ ਸਾਂਭੇ। ਇਹ ਆ ਮੁੰਡਿਆ ਸਿਰ ਚੜਬੋ ਕਾਲ। ਕਹਿੰਦੇ ਇਸ ਮੁੰਡੇ ਦੇ ਸਿਰ ਤੇ ਮੌਤ ਚੜੀ ਹੋਈ ਹੈ, ਇਹ ਮਰ ਕਿਉਂ ਨਹੀਂ ਜਾਂਦਾ ਇਹੋ ਜਿਹਾ। ਮਾਈ ਕਹਿੰਦੀ ਕਬੀਰ ਜੀ ਦੀ ਵੀ ਇਹਦੇ ਸਿਰ ਤੇ ਤਾਂ ਕਾਲ ਚੜਿਆ ਹੋਇਆ। ਇਹੋ ਮੁੰਡਿਆ ਸਗਲੋ ਦਰਬ ਖੋਈ। ਇਸ ਮੁੰਡੇ ਨੇ, ਮਾਤਾ ਕਹਿੰਦੀ ਕਬੀਰ ਜੀ ਦੀ, ਇਸ ਮੁੰਡੇ ਨੇ ਘਰ ਦੇ ਵਿੱਚ ਜਿਤਨਾ ਦਰਬ ਧਨ ਸੀ ਸਾਰਾ ਹੀ ਗਵਾ ਛੱਡਿਆ, ਕੁਝ ਨਹੀਂ ਜੋੜ ਕੇ ਰੱਖਿਆ। ਆਵਤ ਜਾਤ ਨਾਕ ਸਰ ਹੋਈ। ਕਹਿੰਦੇ ਇੰਨੇ ਸਾਧ ਵੇਲੜੇ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਵੀ ਸਾਡੀ ਨੱਕ ਦਮ ਕੀਤਾ ਹੋਇਆ। ਨਾਕ ਸਰ ਕਹਿੰਦੇ ਆ ਨੱਕ ਦਮ। ਕਹਿੰਦੇ ਵੀ ਨੱਕ ਦਮ ਕੀਤਾ ਹੋਇਆ ਸਾਡੀ। ਆਉਂਦੇ ਜਾਂਦੇ ਇੰਨੇ, ਕਦੇ 2-4 ਸਾਧ ਉੱਠ ਕੇ ਜਾਂਦੇ ਨੇ, 4 ਹੋਰ ਆ ਜਾਂਦੇ ਆ। ਉਹ ਜਾਂਦੇ ਆ ਉੱਠ ਕੇ, 4 ਹੋਰ ਆ ਜਾਂਦੇ ਆ। ਇਹਨਾਂ ਨੇ ਸਾਡੀ ਨੱਕ ਦਮ ਕੀਤਾ, ਜੀਵਨਾ ਔਖਾ ਕੀਤਾ ਪਿਆ। ਇਹ 2 ਪਾਠ ਨੇ ਖਾਲਸਾ ਜੀ ਮਹਾਂਪੁਰਸ਼। ਆਵਤ ਜਾਤ ਨਾਕ ਸਰ ਹੋਈ, ਇੱਕ ਤਾਂ ਇਹ ਪਾਠ ਹੈ। ਦੂਸਰਾ ਪਾਠ ਇਹ ਵੀ ਹੈ, ਆਵਤ ਜਾਤ ਨਾ ਕਸਰ ਹੋਈ। ਨਾ ਕਸਰ ਹੋਈ ਦਾ ਮਤਲਬ ਹੁੰਦਾ ਵੀ ਕਸਰ ਨਹੀਂ ਰਹਿੰਦੀ ਕੋਈ, ਵੀ 4 ਜਣੇ ਗਏ ਨੇ ਹਾਲੇ ਕਸਰ ਰਹਿ ਗਈ ਆ 4ਾਂ ਦੀ, ਹੋਰ ਆ ਜਾਂਦੇ ਆ। ਉਹ ਵਿਹਲੜ ਆ ਕੇ ਜਿਉਂ ਬਹਿੰਦੇ ਆ, ਕਦੇ ਲੋਈ ਉਹਨਾਂ ਨੂੰ ਰੋਟੀ ਖਵਾਉਂਦੀ ਹੈ, ਕਦੇ ਉਹਨਾਂ ਨੂੰ ਜਲ ਛਕਾਉਂਦੀ ਹੈ। ਖਰੇ ਘੰਟਿਆਂ ਬੱਧੀ ਕੀ ਗੱਲਾਂ ਕਰੀ ਜਾਂਦੇ ਆ ਬੈਠੇ। ਵੀ ਉਹ 4 ਉੱਠ ਕੇ ਜਾਂਦੇ, 4 ਹੋਰ ਆ ਜਾਂਦੇ ਆ, ਹਲੇ 4ਾਂ ਦੀ ਹੋਰ ਕਸਰ ਰਹਿ ਗਈ ਹੈ।
ਏਦਾਂ ਕਬੀਰ ਜੀ ਦੀ ਮਾਤਾ ਉਲਾਂਭੇ ਪਿੱਟਦੀ ਐ। ਰਹਾਉ ਤੁਰੀ ਨਾਰ ਕੀ ਛੋਡੀ ਬਾਤਾ। ਜਿਹਦੇ ਤੇ ਕੱਪੜਾ ਜਿਹਾ ਲਪੇਟਦੇ ਆ ਉਹ ਬਾਂਸ ਤੁਰੀ ਨਾਰ ਕਹਿੰਦੇ, ਉਹਦੀ ਗੱਲ ਇਹਨੇ ਛੱਡੀ ਹੋਈ ਆ, ਉਹ ਵੀ ਖਿਲਰੀਆਂ ਪਏ ਨੇ। ਰਾਮ ਨਾਮ ਬਾਕਾ ਮਨ ਰਾਤਾ। ਰਾਮ ਦੇ ਨਾਮ ਦੇ ਵਿੱਚ ਹੀ ਇਹਦਾ ਮਨ ਰੰਗਿਆ ਹੋਇਆ। ਲੜ ਕੀ ਲੜਕਾ ਨਾ ਖੋਵੈ ਖੋਵੋ ਨਾਹੇ। ਆ ਲੜਕੀ ਲੜਕਨ ਖੈਬੋ ਨਾਹੇ। ਘਰ ਵਿੱਚ ਲੜਕੀਆਂ ਲੜਕੇ ਜਿਹੜੇ ਇਹਦੇ ਬੱਚੇ ਨੇ, ਪੁੱਤ ਧੀ ਨੇ, ਉਹਨਾਂ ਨੂੰ ਖਾਣ ਨੂੰ ਚੰਗੀ ਤਰ੍ਹਾਂ ਮਿਲਦਾ ਨਹੀਂ ਹੈ। ਉਹਨਾਂ ਨੂੰ ਖਾਣ ਵਾਸਤੇ ਸਹੀ ਤਰੀਕੇ ਨਾਲ ਰੋਟੀ ਨਹੀਂ ਮਿਲਦੀ। ਮੁੰਡਿਆ ਆਨ ਦਿਨ ਥਾਪੇ ਜਾਹੇ। ਤੇ ਆ ਜਿਹੜੇ ਮੁੰਡੇ ਆਉਂਦੇ ਆ, ਮੁੰਡੀਆਂ ਕਹਿੰਦੇ ਸਾਧੂ ਮਹਾਤਮਾ ਜਿਹੜੇ ਕਬੀਰ ਜੀ ਕੋਲ ਆਉਂਦੇ ਸੀ, ਉਹਨਾਂ ਨੂੰ ਕਹਿੰਦੀ ਆ ਮਾਈ, ਕਹਿੰਦੀ ਆ ਜਿਹੜੇ ਮੁੰਡੇ ਆਉਂਦੇ ਆ ਰਾਤ ਦਿਨ, ਉਹ ਰੱਜ ਰੱਜ ਜਾਂਦੇ ਆ, ਇਹਦੇ ਕੋਲ ਤਾਪੇ ਹੋਏ ਢਿੱਡ ਤੇ ਹੱਥ ਫੇਰਦੇ, ਆਪਣੇ ਧੀ ਪੁੱਤ ਘਰ ਵਿੱਚ ਇਹਦੇ ਭੁੱਖੇ ਰਹਿੰਦੇ ਆ, ਉਹਨਾਂ ਸਾਧਾਂ ਨੂੰ ਖਵਾ ਕੇ ਰਜਾ ਕੇ ਟੋਰਦਾ। ਇੱਕ ਦੋਏ ਮੰਦਰ ਇੱਕ ਦੋਏ ਬਾਟ। ਕਹਿੰਦੇ ਦੋ ਤਿੰਨ ਘਰ ਵਿੱਚ ਬੈਠੇ ਹੁੰਦੇ ਨੇ, ਉਹ ਹਾਲੇ ਗਏ ਨਹੀਂ ਹੁੰਦੇ, ਦੋ ਤਿੰਨ ਰਸਤੇ 'ਚ ਬਾਹਰੋਂ ਆਉਂਦੇ, ਆ ਗਏ ਆ ਕਬੀਰ ਜੀ। ਦੋ ਤਿੰਨ ਹਜੇ ਅੰਦਰ ਬੈਠੇ, ਉਹ ਨਿਕਲਦੇ ਨਹੀਂ, ਮਗਰੋਂ ਨਹੀਂ ਲੱਥਦੇ, ਤੇ ਬਾਹਰੋਂ ਦੋ ਤਿੰਨ ਹੋਰ ਆ ਜਾਂਦੇ ਆ। ਇਹੋ ਜੀ ਇਹਨੇ ਹਾਲਤ ਕੀਤੀ ਹੋਈ ਐ। ਹਮ ਕੋ ਸਾਥਰ ਉਨ ਕੋ ਖਾਟ। ਕਹਿੰਦੇ ਸਾਨੂੰ ਜਦੋਂ ਆਉਂਦੇ ਆ, ਸਾਨੂੰ ਕਹਿੰਦਾ ਚਲੋ ਪਰੇ ਹਟੋ, ਅਸੀਂ ਥੱਲੇ ਜ਼ਮੀਨ ਤੇ ਬਹਿਨੇ ਆ, ਤੇ ਉਹਨਾਂ ਨੂੰ ਬਹਿਣ ਵਾਸਤੇ ਮੰਜੀਆਂ ਦਿੰਦਾ। ਖਾਟ ਕਹਿੰਦੇ ਖਟੀਆ, ਮੰਜੀ। ਕਹਿੰਦੇ ਸਾਨੂੰ ਸਾਥਰ ਥੱਲੇ ਭੁੰਜਿਆਂ ਬਿਠਾਉਂਦਾ, ਔਰ ਉਹਨਾਂ ਸਾਧਾਂ ਨੂੰ ਆਇਆ ਹੋਇਆਂ ਨੂੰ ਮੰਜਿਆਂ ਦੇ ਉੱਤੇ ਬਿਠਾਉਂਦਾ, ਯਾਨੀ ਕਿ ਸੰਤਾਂ ਦੀ ਸੇਵਾ ਕਰਦਾ ਰਹਿੰਦਾ। ਹਾਂਜੀ। ਮੂੰਡ ਪਾਲੋਸ ਕਮਰ ਬੰਧ ਪੋਥੀ। ਉਹ ਜਿਹੜੇ ਸਾਧ ਆਉਂਦੇ ਆ ਇਹਦੇ ਘਰ, ਉਹਨਾਂ ਨੇ ਆਪਣੀਆਂ ਲੱਕਾਂ ਨਾਲ ਪੋਥੀਆਂ ਬੰਨੀਆਂ ਹੁੰਦੀਆਂ, ਤੇ ਸਿਰ ਦੇ ਉੱਤੇ ਹੱਥ ਜਿਹਾ ਫੇਰਦਿਆਂ ਹੋਇਆ ਉਹ ਚੱਲ ਕੇ ਆਉਂਦੇ ਹਨ। ਹਮ ਕੋ ਚਾਵਨ ਉਨ ਕੋ ਰੋਟੀ। ਸਾਨੂੰ ਚੱਬਣ ਵਾਸਤੇ ਦਾਣੇ ਦਿੰਦਾ, ਵੀ ਇਹ ਭੁੱਜੇ ਦਾਣੇ ਖਾ ਕੇ ਢਿੱਡ ਭਰ ਲੋ, ਤੇ ਜਿਹੜੇ ਉਹ ਸਾਧ ਆਉਂਦੇ ਨੇ ਉਹਨਾਂ ਨੂੰ ਰੋਟੀਆਂ ਪਕਾ ਪਕਾ ਦਿੰਦਾ। ਸਾਨੂੰ ਚੱਬਣ ਨੂੰ ਦਾਣੇ, ਔਰ ਉਹਨਾਂ ਨੂੰ ਰੋਟੀਆਂ ਦੇ ਦਿੰਦਾ। ਮੁੰਡਿਆ ਮੁੰਡਿਆ ਹੂਏ ਏਕ। ਇਹ ਮੁੰਡੇ ਮੁੰਡੇ ਇੱਕੋ ਜਿਹੇ ਹੋਏ ਫਿਰਦੇ ਨੇ। ਕਹਿੰਦੇ ਉਜਾੜੂਆਂ ਦਾ ਟੋਲਾ, ਉਹ ਤਾਂ ਉਜੜੇ ਨੇ, ਜਿਹੜੇ ਇਹਦੇ ਕੋਲ ਆਉਂਦੇ ਇਹਨੂੰ ਵੀ ਉਜਾੜਿਆ ਹੋਇਆ, ਇਹਨੂੰ ਵੀ ਨਾਲ ਵਿਗਾੜਿਆ ਹੋਇਆ। ਇਹ ਮੁੰਡਿਆ ਬੂਢਤ ਕੀ ਟੇਕ। ਕਬੀਰ ਜੀ ਮਹਾਰਾਜ ਜੀ ਕਹਿੰਦੇ, ਮਾਤਾ ਜਿਨ੍ਹਾਂ ਨੂੰ ਤੂੰ ਕਹਿੰਦੀ ਆ ਵੀ ਇਹ ਵਿਹਲੜ ਨੇ, ਇਹ ਡੁੱਬਿਆਂ ਹੋਇਆਂ ਦਾ ਆਸਰਾ ਨੇ, ਨਾ ਸਾਧੂਆਂ ਦੀ ਸੰਗਤ ਕਰਕੇ ਡੁੱਬਦੇ ਤਰ ਜਾਂਦੇ ਆ। ਸੰਸਾਰ ਦੀ ਸਮਾਜ ਦੀ ਇੱਕ ਪ੍ਰਵਿਰਤੀ ਹੈ। ਮੈਨੂੰ ਅਕਸਰ ਕੁਝ ਸੱਜਣ ਕਈ ਮਿਲੇ, ਕਈ ਮਾਤਾਵਾਂ, ਕਈ ਪਿਤਾ, ਇਹ ਗੱਲ ਕਰਕੇ ਦੁਖੀ ਹੋਏ ਮਿਲੇ, ਤੁਸੀਂ ਹੈਰਾਨ ਹੋਵੋਗੇ ਸੁਣ ਕੇ। ਉਹ ਕਹਿੰਦੇ ਜੀ ਸਾਡਾ ਪੁੱਤ ਦਿਨ ਰਾਤ ਗੁਰਦੁਆਰੇ ਸੇਵਾ ਹੀ ਕਰੀ ਜਾਂਦਾ, ਪਾਠ ਹੀ ਕਰੀ ਜਾਂਦਾ ਜੀ, ਨਾ ਸਾਡੇ ਵੱਲ ਵੇਖਦਾ, ਨਾ ਉਹ ਇਸ ਗੱਲ ਹੀ ਦੁਖੀ। ਅਕਸਰ ਸੰਸਾਰ ਵਿੱਚ ਇਹ ਪ੍ਰਵਿਰਤੀ ਹੈ। ਜੇ ਕੋਈ ਰੱਬ ਰੱਬ ਕਰ ਰਿਹਾ ਤਾਂ ਦੁਖੀ, ਜੇ ਨਾ ਕਰੇ ਜੀ ਇਹ ਕਦੇ ਨਿਤਨੇਮ ਨਹੀਂ ਕਰਦਾ ਜੀ, ਇਹ ਪਾਠ ਨਹੀਂ ਕਰਦਾ ਜੀ, ਗੁਰਦੁਆਰੇ ਨਹੀਂ ਜਾਂਦਾ ਤਾਂ ਦੁਖੀ, ਜਾਣ ਲੱਗ ਪਵੇ ਤਾਂ ਦੁਖੀ। ਇਦਾਂ ਦਾ ਵਰਤਾਰਾ ਸੰਸਾਰ। ਕਬੀਰ ਜੀ ਦੀ ਮਾਤਾ ਇਸ ਕਰਕੇ ਦੁਖੀ, ਇਹ ਨਹੀਂ ਸੀ ਕਿ ਬੱਚਿਆਂ ਨੂੰ, ਉਹਨਾਂ ਦਿਆਂ ਨੂੰ, ਘਰਦਿਆਂ ਨੂੰ ਖਾਣ ਨੂੰ ਨਹੀਂ ਮਿਲਦਾ। ਜੇ ਘਰ 'ਚ ਰੋਜੀ ਰੋਟੀ ਦਾ ਪ੍ਰਬੰਧ ਚੱਲ ਰਿਹਾ ਤੇ ਇਹਦਾ ਮਤਲਬ ਘਰ 'ਚ ਜੁਲਾਹੇ ਦਾ ਕੰਮ ਵੀ ਕਰਦੇ ਹੋਣਗੇ, ਤੇ ਜੇ ਕਦੇ ਨਾ ਵੀ ਕਰਦੇ ਹੋਣਗੇ, ਖਿਲਰੇ ਰਹਿੰਦੇ ਹੋਣਗੇ ਕਾਨੇ, ਉਹ ਤਾਂ ਦਿਸ ਗਏ ਕਬੀਰ ਦੀ ਮਾਈ ਨੂੰ। ਉਹ ਨਹੀਂ ਦਿਸਿਆ ਵੀ ਜਦੋਂ ਜੁਲਾਇਆ ਬਣ ਕੇ ਕੱਪੜੇ ਬੁਣਦੇ ਵੀ ਸੀ। ਪਰ ਸੁਭਾਵਿਕ ਜਿਹੜੀ ਚੀਜ਼ ਨਾ ਹੋਵੇ ਉਹ ਜ਼ਿਆਦਾ ਚੁੱਭਦੀ ਆ, ਉਹ ਜ਼ਿਆਦਾ ਦਿਸਦੀ। ਕਬੀਰ ਜੀ ਮਹਾਰਾਜ ਜੀ ਕਹਿੰਦੇ, ਮਾਤਾ ਜਿਨ੍ਹਾਂ ਮੁੰਡਿਆਂ ਨੂੰ ਤੂੰ ਕਹਿੰਦੀ ਆ ਵੀ ਵੇਲੇ ਦੋ ਆ ਗਏ, ਸਿਰ ਦੇ ਉੱਤੇ ਹੱਥ ਫੇਰਦੇ ਆ, ਲੱਕਾਂ ਨਾਲ ਪੋਥੀਆਂ ਬੰਨ ਕੇ, ਇਹ ਡੁੱਬਿਆਂ ਹੋਇਆਂ ਦੀ ਟੇਕ ਨੇ, ਨਾ ਸਾਧੂਆਂ ਦੀ ਸੰਗਤ ਕਰਕੇ ਡੁੱਬਦਾ ਬੰਦਾ ਤਰ ਜਾਂਦਾ। ਸੋਨ ਅੰਧਲੀ ਲੋਈ ਬੇਪੀਰ। ਕਬੀਰ ਜੀ ਮਹਾਰਾਜ ਜੀ ਨੇ ਮਾਤਾ ਨੂੰ ਤਾਂ ਨਹੀਂ ਕਿਹਾ ਸਿੱਧਾ ਵਰਜਾ, ਜਿਵੇਂ ਕਹਿੰਦੇ ਆ ਨਾ ਵੀ ਸਮਝਾਵਾਂ ਨੂੰਹ ਨੂੰ ਤੇ ਆਖਾਂ ਧੀ ਨੂੰ। ਕਬੀਰ ਜੀ ਲੋਈ ਨੂੰ ਕਹਿੰਦੇ ਆ, ਲੋਈ
ਇਹ ਸੰਸਾਰ ਦੇ ਲੋਕ ਅੰਨੇ ਹੋਏ ਫਿਰਦੇ ਐ। ਇਨ ਮੁੰਡਿਆਂ ਨ ਪਦ ਸ਼ਰਨ ਕਬੀਰਾ। ਕਬੀਰ ਜੀ ਕਹਿੰਦੇ ਮੈਂ ਇਹੋ ਜਿਹੇ ਮੁੰਡਿਆਂ ਦੀ ਸ਼ਰਨ ਵਿੱਚ ਆ ਜਿਨ੍ਹਾਂ ਨੂੰ ਇਹ ਮੁੰਡੇ ਮੁੰਡੇ ਕਹਿੰਦੀ ਹੈ ਨਾ, ਮੈਂ ਇਹਨਾਂ ਦੀ ਸ਼ਰਨ ਵਿੱਚ ਆ। ਇਹਨਾਂ ਦੀ ਸ਼ਰਨ 'ਚ ਪੈ ਕੇ ਮੈਂ ਪਰਮੇਸ਼ਰ ਦਾ ਭਜਨ ਕਰਦਾ ਹਾਂ, ਅਕਾਲ ਪੁਰਖ ਦੀ ਬੰਦਗੀ ਕਰਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਹਿਰਦਿਆਂ ਵਿੱਚ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਵਸਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।